ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਅੱਜ ਅਸੀਂ 8ਵੀਂ ਜਮਾਤ ਦੀ ਪਾਠ ਪੁਸਤਕ ਮਾਣਕਮਾਲਾ ਭਾਗ 3 ਦਾ 8ਵਾਂ ਪਾਠ ਮਹਿੰਗੀ ਮਿਲੀ ਆਜ਼ਾਦੀ ਜੋ ਤਾਰਾ ਸਿੰਘ ਅਨਜਾਨ ਜੀ ਦੁਆਰਾ ਲਿਖੀ ਗਈ ਹੈ। ਇਹ ਇੱਕ ਲੇਖ ਹੈ ਅਤੇ ਇਸ ਦੇ ਲੇਖਕ ਹਨ ਤਾਰਾ ਸਿੰਘ ਅਨਜਾਨ। ਇਸ ਵਿੱਚ ਸਾਨੂੰ ਜਿਹੜੀ ਆਜ਼ਾਦੀ ਹੈ ਉਹ ਕਿਸ ਤਰ੍ਹਾਂ ਮਿਲੀ ਹੈ ਉਸ ਦਾ ਇਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕਿਸ ਤਰੀਕੇ ਨਾਲ ਸਾਡੇ ਜਿਹੜੇ ਦੇਸ਼ ਭਗਤ ਸਨ ਉਹਨਾਂ ਨੇ ਸਾਨੂੰ ਆਜ਼ਾਦੀ ਦਿਵਾਈ। ਆਓ ਪੜ੍ਹਦੇ ਹਾਂ। 15 ਅਗਸਤ ਦਾ ਦਿਨ ਸੀ। 15 ਅਗਸਤ ਨੂੰ ਤੁਸੀਂ ਜਾਣਦੇ ਹੋਵੋਗੇ ਕਿ 15 ਅਗਸਤ ਸਾਡਾ ਸੁਤੰਤਰਤਾ ਦਿਵਸ ਹੈ। 15 ਅਗਸਤ 1947 ਨੂੰ ਭਾਰਤ ਸੀ ਜੋ ਅੰਗਰੇਜ਼ਾਂ ਦੇ ਅਧੀਨ ਸੀ, ਉਹਨਾਂ ਦਾ ਗੁਲਾਮ ਸੀ, ਇਸ ਨੂੰ ਆਜ਼ਾਦ ਕਰਵਾਇਆ ਗਿਆ ਸੀ। ਇਸ ਵਿੱਚ ਸਾਡੇ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਸਨ। 15 ਅਗਸਤ ਦਾ ਦਿਨ ਸੀ। ਨਵਨੀਤ ਸਵੇਰੇ ਸਵੇਰੇ ਆਪਣੀ ਬੈਠਕ ਵਿੱਚ ਟੈਲੀਵਿਜ਼ਨ ਦੇ ਸਾਹਮਣੇ ਬੈਠਿਆ ਹੋਇਆ ਸੀ। ਉਸਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ, ਨਵਨੀਤ ਨੇ ਕਿਹਾ, ਕਮਲੇਸ਼ ਚਾਹ ਤਿਆਰ ਹੋ ਗਈ ਹੈ, ਮੈਂ ਆ ਕੇ ਲੈ ਜਾਵਾਂ। ਕਮਲੇਸ਼ ਕਹਿੰਦੀ ਹੈ, ਹਾਂਜੀ ਬਸ ਨਰੇਸ਼ ਲੈ ਕੇ ਆ ਰਿਹਾ ਹੈ। ਤਾਂ ਨਵਨੀਤ ਉਸਨੂੰ ਛੇਤੀ ਭੇਜ ਦੇ, ਅੱਜ ਆਪਾਂ TV ਉੱਤੇ ਆਜ਼ਾਦੀ ਦਿਵਸ ਦਾ ਸਾਰਾ ਪ੍ਰੋਗਰਾਮ ਦੇਖਾਂਗੇ। ਇਹ ਨਾ ਹੋਵੇ ਕਿ ਆਪਣੀ ਢਿੱਲ ਮੱਠ ਕਰਕੇ प्रोग्राम ही निकल जाए। अपनी ढिल मठ मतलब कि हम ढीले होके किसी काम को जल्दी से नहीं करें और हम आलसी होके काम करते रहें और वो जो प्रोग्राम देखना है उसका टाइम, उसका जो समय है वो निकल जाए। कमलेश नहीं जी, बस ਉਹਨੂੰ 4 ਕੱਪ ਚਾਹ ਨਮਕੀਨ ਅਤੇ ਬਿਸਕੁਟ ਟਰੇ ਵਿੱਚ ਪਾ ਕੇ ਦੇ ਦਿੱਤੇ ਹਨ ਨੇ। ਨਰੇਸ਼ ਪਾਪਾ ਨਮਸਤੇ, ਆਓ ਚਾਹ ਪੀਓ। ਪਾਪਾ ਟਿੰਕੀ ਨਹੀਂ ਆਈ ਅਜੇ? ਉਹ ਤਾਂ ਕਹਿੰਦੀ ਸੀ ਮੈਂ ਵੀ ਤੁਹਾਡੇ ਨਾਲ ਪ੍ਰੋਗਰਾਮ ਵੇਖਣਾ ਹੈ। ਟਿੰਕੀ ਉੱਧਰੋਂ ਟਿੰਕੀ ਆਉਂਦੀ ਹੈ, ਆ ਵੇਖ ਮੈਂ ਆ ਗਈ ਹਾਂ, ਮੈਂ ਕੋਈ ਸੁਸਤ ਥੋੜ੍ਹੀ ਹਾਂ। ਕਮਲੇਸ਼ ਬੈਠਕ ਵਿੱਚ ਆ ਕੇ, ਸੁਸਤ ਤਾਂ ਕੋਈ ਵੀ ਨਹੀਂ, ਤੁਸੀਂ ਦੋਵੇਂ ਬੀਬੇ ਬੱਚੇ ਹੋ, ਬੀਬੇ ਮਤਲਬ ਸਮਝਦਾਰ ਬੱਚੇ, ਸਿਆਣੇ ਬੱਚੇ, ਆਪਣੀ ਪੜ੍ਹਾਈ ਦੇ ਨਾਲ ਸਾਡੇ ਕੰਮ ਵਿੱਚ ਵੀ ਹੱਥ ਵਟਾਉਂਦੇ ਹੋ। ਨਰੇਸ਼ ਇਹ ਤਾਂ ਠੀਕ ਹੈ ਮੰਮੀ, ਪਰ ਟਿੰਕੀ ਨੂੰ ਕੀ ਸਮਝ ਆਏਗਾ ਪ੍ਰਧਾਨ ਮੰਤਰੀ ਦਾ ਭਾਸ਼ਣ? ਟਿੰਕੀ ਸਮਝ ਕਿਉਂ ਨਹੀਂ ਆਏਗਾ? ਮੈਂ ਹੁਣ ਛੋਟੀ ਨਹੀਂ, ਮੈਂ ਆਪਣਾ 8ਵਾਂ ਬਰਥਡੇ ਉਸਦਾ ਜਨਮ ਦਿਨ ਵੀ ਮਨਾ ਚੁੱਕੀ ਹਾਂ। ਨਰੇਸ਼ ਤਾਂ ਤੇ ਤੂੰ ਬੜੀ ਸਿਆਣੀ ਹੋ ਗਈ। ਓਏ ਹੋਏ ਕਮਲੇਸ਼, ਨਰੇਸ਼ ਕਿਉਂ ਤੰਗ ਕਰ ਰਿਹਾ ਆਪਣੀ ਛੋਟੀ ਭੈਣ ਨੂੰ? ਨਰੇਸ਼ ਚੰਗਾ ਨਹੀਂ ਤੰਗ ਕਰਦਾ ਮੰਮੀ, ਪਰ ਇਹਨੂੰ ਪੁੱਛੋ ਕਿ ਇਸ ਨੂੰ ਕੁਛ ਪਤਾ ਵੀ ਹੈ ਸਾਡੇ ਦੇਸ਼ ਭਗਤਾਂ ਨੇ ਆਜ਼ਾਦੀ ਦੀ ਲੜਾਈ ਕਿਵੇਂ ਲੜੀ? ਤਾਂ ਟਿੰਕੀ ਨੇ, ਇਹ ਤਾਂ ਪਾਪਾ ਹੀ ਦੱਸ ਸਕਦੇ ਆ ਵੀਰੇ, ਮੈਂ ਤਾਂ ਅਜੇ ਛੋਟੀ ਜਮਾਤ ਵਿੱਚ ਹਾਂ। ਕਮਲੇਸ਼ ਟਿੰਕੀ ਠੀਕ ਕਹਿ ਰਹੀ ਹੈ। ਨਵਨੀਤ ਤੁਸੀਂ ਦੱਸੋ, ਬੱਚਿਆਂ ਨੂੰ ਅਸੀਂ ਆਜ਼ਾਦੀ ਲਈ ਸੰਘਰਸ਼ ਕਦੋਂ ਸ਼ੁਰੂ ਕੀਤਾ? ਨਵਨੀਤ ਬੇਟਾ, ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਆਜ਼ਾਦੀ ਮਿਲਣ ਦੇ ਨਾਲ ਹੀ ਦੇਸ਼ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਇੱਕ ਹਿੱਸੇ ਦਾ ਨਾਂ ਹਿੰਦੁਸਤਾਨ, ਜਿਸ ਨੂੰ ਭਾਰਤ ਕਹਿੰਦੇ ਆ, ਅਤੇ ਦੂਜੇ ਦਾ ਨਾਂ ਪਾਕਿਸਤਾਨ ਰੱਖਿਆ ਗਿਆ। ਨਰੇਸ਼ ਪਰ ਪਾਪਾ ਪਹਿਲਾਂ ਤਾਂ ਸਾਰਾ ਹਿੰਦੁਸਤਾਨ ਇੱਕ ਹੀ ਸੀ ਨਾ? ਨਵਨੀਤ ਹਾਂ ਬੇਟਾ, ਸਾਰਾ ਹਿੰਦੁਸਤਾਨ ਇੱਕ ਹੀ ਸੀ, ਕੰਨਿਆ ਕੁਮਾਰੀ ਤੋਂ ਪੇਸ਼ਾਵਰ ਤੱਕ। ਅਸੀਂ ਸਭ ਨੇ ਆਜ਼ਾਦੀ ਦੀ ਲੜਾਈ ਰਲ ਕੇ ਲੜੀ ਸੀ। ਨਰੇਸ਼ ਪਾਪਾ ਆਜ਼ਾਦੀ ਦੀ ਲੜਾਈ ਸ਼ੁਰੂ ਕਦੋਂ ਹੋਈ ਸੀ? ਨਵਨੀਤ ਬੇਟਾ ਇਹ ਲੜਾਈ ਸਾਡੀ ਆਜ਼ਾਦੀ ਤੋਂ 90 ਸਾਲ ਪਹਿਲਾਂ ਸ਼ੁਰੂ ਹੋਈ ਸੀ। ਉਸ ਤੋਂ ਪਹਿਲਾਂ ਹਿੰਦੁਸਤਾਨ ਦੀਆਂ ਵੱਖ-ਵੱਖ ਰਿਆਸਤਾਂ ਸਨ। ਰਿਆਸਤਾਂ ਮਤਲਬ ਛੋਟੀ ਛੋਟੀ ਰਿਆਸਤੋਂ ਮੇਂ ਛੋਟੇ ਛੋਟੇ ਉਹ ਬਟੇ हुए थे। ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਨੇ ਆਪਣੇ ਛਲ ਕਪਟ, ਲੜਾਈ ਅਤੇ ਚਲਾਕੀ ਨਾਲ ਇੱਕ ਕਰਕੇ ਸਭ 'ਤੇ ਕਬਜ਼ਾ ਕਰ लिया। आए था वो व्यापार करण सन। आप सब लोग जानते हैं अंग्रेज जहाँ व्यापारी बन के आए थे, फिर उन्होंने छल कपट लड़ाई से और दूसरे लोगों को एक दूसरे के साथ चालाकी से भिड़वा कर उनको आपस में लड़ाई करवा के फूट डाल के उन्होंने हमारे देश की जो रियासतें थी सब पे कब्जा कर लिया था। ਅੱਗੇ ਦੇਖੋ, ਕਮਲੇਸ਼ ਨਵਨੀਤ ਜੀ ਸਭ ਤੋਂ ਬਾਅਦ ਵਿੱਚ ਪੰਜਾਬ 'ਤੇ ਕਬਜ਼ਾ ਕੀਤਾ ਸੀ ਨਾ? ਨਵਨੀਤ ਹਾਂ ਕਮਲੇਸ਼, ਪੰਜਾਬ ਤੇ ਉਹ ਵੀ ਉਸ ਪੰਜਾਬ ਉੱਤੇ ਜਿਸ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਜਿਸ ਰਾਜ ਵਿੱਚ ਹਿੰਦੂ ਸਿੱਖ ਮੁਸਲਮਾਨ ਸਭ ਸੁਖੀ ਵਸਦੇ ਸਨ। ਕਿਸੇ ਧਰਮ ਨਾਲ ਕੋਈ ਵਿਤਕਰਾ ਨਹੀਂ ਕਰਿਆ ਜਾਂਦਾ ਸੀ। ਵਿਤਕਰਾ मतलब किसी के साथ कोई भेदभाव नहीं किया जाता था। नरेश ਤੇ ਫਿਰ ਇਹ ਰਾਜ ਗਿਆ ਕਿਵੇਂ? ਨਵਨੀਤ ਆਪਣਿਆਂ ਦੀ बेवफाई करके। अपने मतलब महाराजा रंजीत सिंह के राज में कुछ ऐसे लोग थे जो अंग्रेज़ों के साथ मिल गए थे।
ਨਰੇਸ਼ ਫਿਰ ਅਸੀਂ ਜਾਗੇ ਕਦੋਂ ਪਾਪਾ ਜੀ, ਜਾਂ ਟਿੰਕੀ ਵਾਂਗ ਸੁੱਤੇ ਹੀ ਰਹੇ? ਟਿੰਕੀ ਮੈਂ ਕਦੋਂ ਸੁੱਤੀ ਹਾਂ, ਮੈਂ ਤੁਹਾਡੀ ਸਾਰੀ ਗੱਲ ਧਿਆਨ ਨਾਲ ਸੁਣ ਰਹੀ ਹਾਂ। ਮੰਮੀ ਵੇਖੋ ਵੀਰਾ ਮੈਨੂੰ ਫਿਰ ਛੇੜ ਰਿਹਾ ਹੈ। ਕਮਲੇਸ਼ ਨਰੇਸ਼ ਇਸ ਨੂੰ ਅਸੀਂ ਆਪੇ ਸਮਝਾ ਲਵਾਂਗੇ, ਤੁਸੀਂ ਆਪਣੇ ਪਾਪਾ ਦੀ ਗੱਲ ਚੁੱਪ ਕਰਕੇ ਧਿਆਨ ਨਾਲ ਸੁਣੋ। ਨਵਨੀਤ ਅਸੀਂ ਜਾਗੇ ਉਦੋਂ ਜਦੋਂ ਅੰਗਰੇਜ਼ ਹਾਕਮਾਂ ਨੇ ਸਾਡੇ ਉੱਤੇ ਸਖਤੀਆਂ ਹੋਰ ਵਧਾ ਦਿੱਤੀਆਂ। ਉਹਨਾਂ ਨੇ ਸਾਡੇ ਕਾਮਿਆਂ ਨੂੰ ਬੇਕਾਰ ਕਰ ਦਿੱਤਾ, ਕਿਸਾਨਾਂ ਦਾ ਕੰਮ ਧੰਦਾ ਚੌਪਟ ਹੋ ਗਿਆ, ਸਾਡੀਆਂ ਰਿਆਸਤਾਂ ਦੇ ਰਾਜਿਆਂ ਨਾਲ ਵੀ ਧੱਕਾ ਕਰਕੇ, ਧੱਕਾ ਮਤਲਬ ਜ਼ਬਰਦਸਤੀ ਕਰਕੇ ਉਹਨਾਂ ਦਾ ਰਾਜ ਖੋਹ ਲਿਆ ਮਤਲਬ ਛੀਨ ਲਿਆ ਉਨਸੇ। ਸਾਡੇ ਫੌਜੀਆਂ ਨੂੰ ਉਹ ਕਾਰਤੂਸ ਮੂੰਹ ਨਾਲ ਖੋਲ੍ਹਣ ਲਈ ਕਿਹਾ ਜਿਸ ਉੱਤੇ ਗਊ ਜਾਂ ਸੂਅਰ ਦੀ ਚਰਬੀ ਲੱਗੀ ਹੋਈ ਸੀ। ਨਰੇਸ਼ ਫਿਰ ਕੀ ਹੋਇਆ ਪਾਪਾ? ਨਵਨੀਤ ਫਿਰ ਬਹੁਤ ਸਾਰੀਆਂ ਰਿਆਸਤਾਂ ਦੇ ਗੱਦੀਓਂ ਲਾਹੇ ਰਾਜਿਆਂ ਅਤੇ ਨਵਾਬਾਂ ਨੇ ਆਪਸ ਵਿੱਚ ਮੱਤਾ ਪਕਾਇਆ ਕਿ ਅੰਗਰੇਜ਼ਾਂ ਵਿਰੁੱਧ ਸਾਂਝੀ ਹਥਿਆਰਬੰਦ ਲੜਾਈ ਲੜੀ ਜਾਵੇ। ਨਰੇਸ਼ ਲੜਾਈ ਸ਼ੁਰੂ ਕਦੋਂ ਹੋਈ? ਨਵਨੀਤ ਲੜਾਈ ਸ਼ੁਰੂ ਹੋਈ ਸੀ 10 ਮਈ 1857 ਵਿੱਚ, ਜਦੋਂ ਇੱਕ ਸਿਪਾਹੀ ਮੰਗਲ ਪਾਂਡੇ ਨੇ ਅੰਗਰੇਜ਼ ਹਾਕਮ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ कारतूस खोलने तो मना कर दिता, क्योंकि जो कारतूस थे उनके मुंह यहाँ से उसे खोलना पड़ता था, वहाँ गौ और सूअर की चर्बी लगी हुई थी, तो उन्होंने इनकार कर दिया। ਜਦੋਂ अंग्रेज अफसरां ने उन्हों की गल ना सुनी तो मंगल पांडे की अगवाई विच विद्रोह शुरू हो गया। फौजी विद्रोह मंगल पांडे ने अंग्रेज अफसर ਨੂੰ ਜ਼ਖਮੀ ਕਰ ਦਿੱਤਾ। ਵਿਦਰੋਹ ਦੇ ਕਾਰਨ ਮੰਗਲ ਪਾਂਡੇ ਨੂੰ ਬਾਅਦ ਵਿੱਚ ਫਾਂਸੀ ਦੇ ਦਿੱਤੀ ਗਈ। ਇਹ ਸੁਨੇਹਾ ਹੋਰ ਫੌਜੀ ਪਲਟਨਾਂ ਵਿੱਚ ਵੀ ਫੈਲ ਗਿਆ। ਸਭ ਨੇ ਅੰਗਰੇਜ਼ ਅਫਸਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਫੌਜਾਂ ਦੀ ਅਗਵਾਈ ਲਈ ਕਿਤੇ ਤਾਤਿਆ ਟੋਪੇ, ਕਿਤੇ ਨਾਨਾ ਫੜਨਵੀਸ ਅਤੇ ਕਿਤੇ ਮਹਾਰਾਣੀ ਲక్ష్ਮੀ ਬਾਈ ਨੇ ਤਲਵਾਰ ਚੁੱਕੀ। ਸਭ ਨੂੰ ਦਿੱਲੀ ਨੇੜੇ ਨਜ਼ਰ ਆ ਰਹੀ ਸੀ। ਭਾਵ ਉਹ ਚਾਹ ਰਹੇ ਸਨ, ਸੋਚ ਰਹੇ ਸਨ ਕਿ ਹੁਣ ਅਸੀਂ ਆਜ਼ਾਦ ਹੋ ਜਾਵਾਂਗੇ। ਨਰੇਸ਼ ਪਾਪਾ ਦਿੱਲੀ ਤਾਂ ਉੱਥੇ ਹੀ ਹੈ, ਨੇੜੇ ਕਿਵੇਂ ਨਜ਼ਰ ਆ ਰਹੀ ਸੀ? ਨੇੜੇ ਮਤਲਬ ਨਜ਼ਦੀਕ। ਨਵਨੀਤ ਅਸਲ ਵਿੱਚ ਦਿੱਲੀ ਭਾਰਤ ਦੀ ਰਾਜਧਾਨੀ ਰਹੀ ਹੈ। ਉਸ ਵੇਲੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਿੱਲੀ ਦੇ ਤਖਤ 'ਤੇ ਬੈਠਾ ਸੀ। ਸਭ ਨੇ ਮਿਲ ਕੇ ਉਸਨੂੰ ਭਾਰਤ ਦਾ ਬਾਦਸ਼ਾਹ ਐਲਾਨ ਕਰ ਦਿੱਤਾ। ਕਮਲੇਸ਼ हैं जी, फिर ਇਹ ਰਾਜ ਕਿਉਂ ਨਹੀਂ ਚਲਾ ਸਕੇ? ਫਿਰ ਤਾਂ ਬਾਦਸ਼ਾਹ ਦਾ ਹੁਕਮ ਹੀ ਚੱਲਣਾ ਸੀ। ਨਵਨੀਤ ਕਮਲੇਸ਼ ਅੰਗਰੇਜ਼ ਬੜਾ ਚਲਾਕ ਅਤੇ ਸਿਆਣਾ ਸੀ। ਉਸਨੇ ਕੁਝ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ। ਜਿਹੜੀਆਂ ਫੌਜਾਂ ਉਸਦੇ ਹੱਕ ਵਿੱਚ ਸਨ, ਉਹਨਾਂ ਦੀ ਮਦਦ ਨਾਲ ਦੇਸ਼ ਭਗਤਾਂ, ਫੌਜੀਆਂ, ਰਾਜਿਆਂ, ਮਹਾਰਾਜਿਆਂ ਅਤੇ ਨਵਾਬਾਂ ਨੂੰ ਮਾਰ ਮੁਕਾਇਆ ਜਾਂ ਕੈਦ ਕਰ ਲਿਆ ਅਤੇ ਦਿੱਲੀ ਦੇ ਤਖਤ ਉੱਤੇ ਆਪਣਾ ਕਬਜ਼ਾ ਕਰ ਲਿਆ। ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਕੈਦ ਕਰਕੇ ਬਰਮਾ ਭੇਜ ਦਿੱਤਾ, ਜਿਸ ਨੂੰ ਹੁਣ ਮਿਆਂਮਾਰ ਕਹਿੰਦੇ ਹੈ। ਆਗੂ ਤੋਂ ਬਿਨਾਂ ਬਚੀ ਫੌਜ ਵਿਚਾਰੀ ਕੀ ਕਰਦੀ? ਫੌਜ ਨੇ ਹਥਿਆਰ ਸੁੱਟ ਦਿੱਤੇ। ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਨੇ ਹਿੰਦੁਸਤਾਨ ਦਾ ਰਾਜ ਬਰਤਾਨੀਆ ਦੀ ਮਹਾਰਾਣੀ ਦੀ ਝੋਲੀ ਪਾ ਦਿੱਤਾ। ਬਰਤਾਨੀਆ ਮਤਲਬ ਬ੍ਰਿਟੇਨ। ਕਮਲੇਸ਼ ਫਿਰ ਤਾਂ ਸਾਰਾ ਹਿੰਦੁਸਤਾਨ ਦੇ ਢੇਰੀ ਢਾਹ ਕੇ ਵਹਿ ਗਿਆ ਹੋਵੇਗਾ। ਢੇਰੀ ਢਾਹ ਕੇ ਮਤਲਬ ਸਭ ਕੁਛ ਉਹਨਾਂ ਦੇ ਹੱਥ ਪੱਲੇ ਕੁਛ ਨਾ ਰਹਿਣਾ, ਹੌਸਲਾ ਹਾਰ ਕੇ ਰਹਿ ਜਾਣਾ। ਨਵਨੀਤ ਨਹੀਂ ਕਮਲੇਸ਼, ਇੰਜ ਨਹੀਂ ਹੁੰਦਾ। ਹਿੰਮਤੀ, ਮਿਹਨਤੀ ਅਤੇ ਦੇਸ਼ ਭਗਤ ਲੋਕ ਕਦੇ ਹੱਥ ਉੱਤੇ ਹੱਥ ਧਰ ਕੇ ਨਹੀਂ ਬੈਠਦੇ। ਹੱਥ ਉੱਤੇ ਹੱਥ ਧਰ ਕੇ ਮਤਲਬ ਕਿ ਉਹ ਬਿਨਾਂ ਕੁਛ ਕੀਏ ਨਹੀਂ ਬੈਠਦੇ। ਪੰਜਾਬ ਨੇ ਤਾਂ 1857 ਦੀ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਹੀ ਆਜ਼ਾਦੀ ਦਾ ਬਿਗਲ ਬਚਾ ਦਿੱਤਾ ਸੀ। ਨਰੇਸ਼ ਪਾਪਾ ਕਦੋਂ ਤੇ ਕਿਵੇਂ? ਨਵਨੀਤ ਬੇਟਾ ਇਹ ਸੰਘਰਸ਼ ਹਥਿਆਰਬੰਦ ਲੜਾਈ ਨਹੀਂ ਸੀ, ਇਹ ਤਾਂ ਸ਼ਾਂਤੀਮਈ ਅੰਦੋਲਨ ਸੀ। ਸ਼ਾਂਤਮਈ ਮਤਲਬ ਸ਼ਾਂਤ ਢੰਗ ਨਾਲ, ਜੋ ਸਤਿਗੁਰੂ ਰਾਮ ਸਿੰਘ ਨੇ ਜ਼ਿਲ੍ਹਾ ਲੁਧਿਆਣਾ ਦੇ ਭੈਣੀ ਸਾਹਿਬ ਪਿੰਡ ਤੋਂ ਸ਼ੁਰੂ ਕੀਤਾ ਸੀ 12 ਅਪ੍ਰੈਲ 1857 ਨੂੰ। ਨਰੇਸ਼ ਪਾਪਾ ਇਹ ਅੰਦੋਲਨ ਬਾਕੀ ਅੰਦੋਲਨਾਂ ਨਾਲੋਂ ਕਿਵੇਂ ਵੱਖਰਾ ਸੀ? ਨਵਨੀਤ ਬੇਟਾ ਇਹ ਨਿਰੋਲ ਸੁਦੇਸ਼ੀ ਲਹਿਰ ਸੀ। ਸਤਿਗੁਰੂ ਰਾਮ ਸਿੰਘ 8 ਸਾਲ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਿਪਾਹੀ ਰਹੇ ਸਨ। ਇਸ ਲਈ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਅੰਗਰੇਜ਼ਾਂ ਨੂੰ ਹਥਿਆਰਬੰਦ ਲੜਾਈ ਵਿੱਚ ਹਰਾਉਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਸਾਧਨ ਸਨ, ਉਹਨਾਂ ਕੋਲ ਫੌਜ ਬਹੁਤ ਸਾਰੀ ਸੀ ਅਤੇ ਉਹਨਾਂ ਦਾ ਪੂਰੇ ਭਾਰਤ ਉੱਤੇ ਕਬਜ਼ਾ ਹੋ ਚੁੱਕਿਆ ਸੀ। ਇੱਥੋਂ ਦੇ ਲੋਕਾਂ ਨੇ ਵੀ ਉਹਨਾਂ ਨੂੰ ਆਪਣੀ ਫੌਜ ਵਿੱਚ ਸ਼ਾਮਿਲ ਕਰ ਲਿਆ ਸੀ। ਇਸ ਲਈ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਨਾ ਮਿਲਵਰਤਨ ਲਹਿਰ ਸ਼ੁਰੂ ਕੀਤੀ। ਨਰੇਸ਼ ਪਾਪਾ ਹੋਰ ਕੀ ਕੀਤਾ ਉਹਨਾਂ ਨੇ? ਨਵਨੀਤ ਕਹਿ ਰਿਹਾ ਹੈ ਕਿ ਉਹਨਾਂ ਨੇ ਮਨੁੱਖੀ ਜੀਵਨ ਨੂੰ ਸੁਧਾਰਨ ਉੱਤੇ ਜ਼ੋਰ ਦਿੱਤਾ, ਸਿੱਖਾਂ ਨੂੰ ਨਾਮ ਜਪਣ ਦੀ ਸਿੱਖਿਆ ਦਿੱਤੀ, ਉਹਨਾਂ ਨੇ ਕੁੜੀਆਂ ਨੂੰ ਮਾਰਨ ਤੋਂ ਮਨਾ ਕੀਤਾ, बाल विवाह बंद किए। वो तो छोटी जो लड़कियां होती थी उनको मार दिया जाता था, तो उन्होंने उसको रोका। बाल विवाह, जो बच्चे छोटे छोटे बच्चों के विवाह कर दिए जाते थे, उसे बंद करवाया। विधवा विआह की खुल दी। कुड़ियाँ बेचण या कुड़ियाँ का वट्टा सट्टा मतलब कि लड़कियों को एक लड़की दे के
फिर उनसे लड़की ले लेना, मतलब उनको बदलवा देना, करन तो मना किया। औरत दी समाज विच हुंदी दुर्दशा रोकी। कमलेश इन्नी बुरी हालत सी औरतां दी उस वेले। नवनीत हाँ कमलेश बहुत बेकदरी सी औरतां दी, विचारियां डरियां सहमियां रहिंदियां सन, कोई उन्हां नूं पढ़ाउंदा नहीं सी। नरेश पापा आज़ादी लई उन्हां ने की कीता? ਤਾਂ ਨਵਨੀਤ ਆਜ਼ਾਦੀ ਲਈ ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ, ਜਿਨ੍ਹਾਂ ਨੂੰ ਨਾਮਧਾਰੀ ਜਾਂ ਕੂਕੇ ਆਖਿਆ ਜਾਂਦਾ ਹੈ, ਹੁਕਮ ਦਿੱਤਾ ਕਿ ਉਹ ਨਾ ਤਾਂ ਅੰਗਰੇਜ਼ਾਂ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ, ਨਾ ਉਹਨਾਂ ਦੀਆਂ ਮਿੱਲਾਂ ਜਾਂ ਬਣਿਆ ਹੋਇਆ ਕੱਪੜਾ ਪਾਉਣ। ਉਹਨਾਂ ਨੂੰ ਅੰਗਰੇਜ਼ਾਂ ਦੀਆਂ ਕਚਹਿਰੀਆਂ ਵਿੱਚ ਮੁਕੱਦਮੇ ਲਿਜਾਣ ਅਤੇ ਉਹਨਾਂ ਦੇ ਡਾਕਖਾਨਿਆਂ ਵਿੱਚ ਚਿੱਠੀਆਂ ਪਾਉਣ ਤੋਂ ਵੀ ਮਨਾ ਕੀਤਾ। कमलेश अच्छा इन्ना कुछ किया सतगुरु राम सिंह ने? नवनीत हाँ, क्योंकि वो राम सिंह जी सोचते थे कि उनसे अगर हम लड़ेंगे तो हम हार जाएंगे, तो वो सोचते उनको इस तरीके से हराना चाहते थे कि वो जो काम जो उनके स्कूल के बच्चों में, तो हम बच्चों की फ़ीस नहीं देंगे तो उनका कारोबार ठप पड़ जाएगा। नवनीत हाँ कमलेश उन्होंने ने लोगों ਨੂੰ ਨਸ਼ਾ ਕਰਨ ਅਤੇ ਮਾਸ ਖਾਣ ਤੋਂ ਵੀ ਮਨਾ ਕੀਤਾ। ਅੰਗਰੇਜ਼ਾਂ ਨੇ ਗਊ ਮਾਸ ਦੇ ਕਈ ਬੁੱਚੜਖਾਨੇ ਖੋਲ੍ਹ ਦਿੱਤੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਤਾਂ ਗਊ ਹੱਤਿਆ ਦੀ ਮਨਾਹੀ ਸੀ। ਨਰੇਸ਼ ਫਿਰ ਪਾਪਾ ਇਸ ਦਾ ਕੀ ਅਸਰ ਹੋਇਆ? ਤਾਂ ਨਵਨੀਤ ਕਹਿ ਰਹੇ ਹਨ, ਜੋ ਬੱਚੇ ਦੇ ਪਾਪਾ ਹਨ, ਇਸ ਦਾ ਅਸਰ ਇਹ ਹੋਇਆ ਕਿ ਲੋਕਾਂ ਨੇ ਬੁੱਚੜਖਾਨੇ ਬੰਦ ਕਰਾਉਣ ਲਈ ਅੰਦੋਲਨ ਕੀਤਾ, ਜਿਸ ਕਰਕੇ ਉਹਨਾਂ ਦੀ ਬੁੱਚੜਾਂ ਜਾਂ ਪੁਲਿਸ ਨਾਲ ਵੀ ਲੜਾਈ ਹੋ ਗਈ। ਅੰਗਰੇਜ਼ ਸਰਕਾਰ ਨੇ ਕਈ ਨਾਮਧਾਰੀ ਸਿੰਘਾਂ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਅਤੇ ਕਈਆਂ ਨੂੰ ਤੋਪਾਂ ਨਾਲ ਉਡਾ ਦਿੱਤਾ, ਤਾਂ ਜੋ ਲੋਕਾਂ ਵਿੱਚ ਦਹਿਸ਼ਤ ਪੈਦਾ ਹੋ ਸਕੇ। ਸਤਗੁਰੂ ਰਾਮ ਸਿੰਘ ਨੂੰ ਜਲਾਵਤਨ ਕਰਕੇ ਰੰਗੂਨ ਬਰਮਾ ਭੇਜ ਦਿੱਤਾ ਗਿਆ। ਉਹਨਾਂ ਨੂੰ ਉਸੇ ਬੰਗਲੇ ਵਿੱਚ ਰੱਖਿਆ ਗਿਆ ਜਿੱਥੇ ਬਹਾਦਰ ਸ਼ਾਹ ਜ਼ਫਰ ਨੂੰ ਰੱਖਿਆ ਗਿਆ ਸੀ। ਨਰੇਸ਼ ਫਿਰ ਤਾਂ ਨਾਮਧਾਰੀ ਬਹੁਤ ਹੀ ਡਰ ਗਏ ਹੋਣਗੇ। ਨਵਨੀਤ ਡਰੇ ਨਹੀਂ ਬੇਟਾ, ਉਹ ਤਾਂ ਸਗੋਂ ਅੰਗਰੇਜ਼ਾਂ ਦੀਆਂ ਸਖਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਏ। ਦੇਸ਼ ਦੀ ਆਜ਼ਾਦੀ ਲਈ ਹੋਰ ਕਈ ਲਹਿਰਾਂ ਉੱਠ ਖਲੋਤੀਆਂ। ਨਾਮਧਾਰੀਆਂ ਨੇ ਇਹਨਾਂ ਲਹਿਰਾਂ ਦਾ ਪੂਰਾ ਸਾਥ ਦਿੱਤਾ। ਇੰਜ ਦੇਸ਼ ਭਗਤਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਖਰ ਦੇਸ਼ ਨੂੰ ਆਜ਼ਾਦ ਕਰਵਾ ਕੇ ਸਾਹ ਲਿਆ। ਹੁਣ ਇਸ ਵਿੱਚ ਨਾਮਧਾਰੀ ਸਿੰਘ ਦੱਸਿਆ ਗਿਆ, ਤਾਂ ਨਾਮਧਾਰੀ ਸਿੰਘ ਹੁੰਦੇ ਆ ਉਹ ਜਿਹੜੇ ਉਹਨਾਂ ਨੇ ਚਿੱਟੇ ਰੰਗ ਦੇ ਕੱਪੜੇ ਪਾਈ ਰੱਖਦੇ ਹਨ, ਹੁੰਦੇ ਉਹ ਸਿੱਖ ਹੀ ਹਨ, ਪਰ ਉਹਨਾਂ ਨੂੰ ਨਾਮਧਾਰੀ ਇਸ ਲਈ ਬੋਲਿਆ ਜਾਂਦਾ, ਉਹਨਾਂ ਦਾ ਜੋ ਪਹਿਰਾਵਾ ਹੁੰਦਾ ਹੈ ਉਹ ਸਫੇਦ ਰੰਗ ਦਾ ਹੀ ਹੁੰਦਾ ਹੈ ਅਤੇ ਉਹ ਔਰਤ ਦੀ ਇੱਜ਼ਤ ਕਰਦੇ ਹਨ। ਉਹ ਇਸ ਤਰੀਕੇ ਨਾਲ ਕੁਛ ਵੀ ਗਲਤ ਕੰਮ ਹੋਣ ਤੋਂ ਰੋਕਦੇ ਹਨ, ਜੋ ਸਤਿਗੁਰੂ ਰਾਮ ਸਿੰਘ ਜੀ ਨੇ ਕੀਤਾ। ਟਿੰਕੀ ਪਾਪਾ ਪ੍ਰਧਾਨ ਮੰਤਰੀ ਜੀ ਦਾ ਭਾਸ਼ਣ ਸ਼ੁਰੂ ਹੋ ਰਿਹਾ, ਆਓ ਪੂਰਾ ਪ੍ਰੋਗਰਾਮ ਵੇਖਦੇ ਹਾਂ। ਕਮਲੇਸ਼ ਚਲੋ ਚੁੱਪ ਕਰਕੇ ਸੁਣੋ ਹੁਣ, ਬਾਕੀ ਗੱਲਾਂ ਫਿਰ ਕਰਾਂਗੇ। ਸਭ ਧਿਆਨ ਨਾਲ ਵੇਖਣ ਅਤੇ ਸੁਣਨ ਲੱਗਦੇ ਹਨ। ਤਾਂ ਇਸ ਵਿੱਚ ਸਾਨੂੰ ਆਜ਼ਾਦੀ ਬਾਰੇ ਪਤਾ ਚੱਲਿਆ ਕਿ ਸਾਨੂੰ ਇਹ ਆਜ਼ਾਦੀ ਕਿਸ ਤਰੀਕੇ ਨਾਲ ਮਿਲੀ ਹੈ। ਹੁਣ ਅਸੀਂ ਇਸ ਦੇ ਔਖੇ ਸ਼ਬਦਾਂ ਦੇ ਅਰਥ ਕਰਦੇ ਹਾਂ। ਢਿੱਲ ਮੱਠ ਸੁਸਤੀ। ਬੀਬੇ ਸਿਆਣੇ, ਆਖੇ ਲੱਗਣ ਵਾਲੇ, मतलब बीबे सियाने जो हर बात मानते हो। आखे मतलब कहना मानते हो। हाथ वटाउना मदद करनी, संघर्ष लड़ाई आंदोलन। छल कपट वितकरा भेदभाव, धक्का करना ज्यादती करना। अगवाई मार्गदर्शन, पलटना फौजी टुकड़ियाँ। ढेरी ढाउना हौसला हारना, हथ उत्ते हथ धर के बैठना, कुछ ना करना। निरोल शुद्ध ना मिलवर्तन, सांझ ना रखनी। पैरोकार मनण वाले, दहशत डर जलावतन, देश विचों विदेश भेज देना। ਅੱਗੇ ਦੇਖਦੇ ਹਾਂ ਇਸ ਦੇ ਪ੍ਰਸ਼ਨ ਉੱਤਰ। ਹੇਠਲੇ ਪ੍ਰਸ਼ਨਾਂ ਦੇ ਉੱਤਰ 40-50 ਸ਼ਬਦਾਂ ਵਿੱਚ ਲਿਖੋ। ਤਾਂ ਦੇਸ਼ ਭਗਤਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਹਿੱਸਾ ਕਿਵੇਂ ਪਾਇਆ? ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅੰਗਰੇਜ਼ੀ ਅਫਸਰਾਂ ਦੇ ਨਾਲ ਲੜਨਾ ਸ਼ੁਰੂ ਕੀਤਾ, ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਅਤੇ ਅਖੀਰ ਸਾਡੇ ਦੇਸ਼ ਨੂੰ 15 ਅਗਸਤ 1947 ਵਿੱਚ ਆਜ਼ਾਦ ਕਰਵਾ ਦਿੱਤਾ। ਸਾਡਾ ਦੇਸ਼ ਕਦੋਂ ਅਤੇ ਕਿਵੇਂ ਆਜ਼ਾਦ ਹੋਇਆ? ਸਾਡਾ ਦੇਸ਼ 15 ਅਗਸਤ 1947 ਵਿੱਚ ਆਜ਼ਾਦ ਹੋਇਆ, ਜਿਸ ਵਿੱਚ ਸਾਡੇ ਦੇਸ਼ ਭਗਤਾਂ ਨੇ ਉਹਨਾਂ ਨੇ ਬਹੁਤ ਵੱਡਾ ਹਿੱਸਾ ਪਾਇਆ। ਉਹਨਾਂ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਅਤੇ ਉਹਨਾਂ ਨੇ ਅੰਗਰੇਜ਼ਾਂ ਨੂੰ ਅਖੀਰ ਦੇਸ਼ ਵਿੱਚੋਂ ਕੱਢ ਦਿੱਤਾ। ਅੰਗਰੇਜ਼ਾਂ ਨੇ ਹਿੰਦੁਸਤਾਨ ਦੀਆਂ ਰਿਆਸਤਾਂ 'ਤੇ ਕਿਵੇਂ ਕਬਜ਼ਾ ਕੀਤਾ? ਆਪਣੇ ਛਲ ਕਪਟ ਅਤੇ ਚਲਾਕੀ ਨਾਲ ਲੋਕਾਂ ਨੂੰ ਇੱਕ ਦੂਸਰੇ 'ਤੇ ਵਿਰੁੱਧ ਕਰਕੇ ਭੜਕਾ ਕੇ ਉਹਨਾਂ ਨੇ ਹਿੰਦੁਸਤਾਨ ਦੀਆਂ ਰਿਆਸਤਾਂ 'ਤੇ ਕਬਜ਼ਾ ਕਰ ਲਿਆ। ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ? ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ 12 ਮਈ 1857 ਵਿੱਚ ਸ਼ੁਰੂ ਹੋਈ ਸੀ, ਜਦੋਂ ਮੰਗਲ ਪਾਂਡੇ ਨਾਂ ਦੇ ਸਿਪਾਹੀ ਨੇ ਕਾਰਤੂਸ ਮੂੰਹ ਨਾਲ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਰਕੇ ਅੰਗਰੇਜ਼ ਭੜਕ ਗਏ ਸਨ ਅਤੇ ਉੱਥੋਂ ਵਿਦਰੋਹ ਸ਼ੁਰੂ ਹੋ ਗਿਆ ਸੀ। ਅਤੇ ਇਹ ਵਿਦਰੋਹ ਫਿਰ ਪੂਰੇ ਦੇਸ਼ ਵਿੱਚ ਫੈਲ ਗਿਆ ਸੀ।
ਸੁਦੇਸੀ ਲਹਿਰ ਬਾਕੀ ਅੰਦੋਲਨਾਂ ਨਾਲੋਂ ਕਿਵੇਂ ਵੱਖ ਸੀ? ਸੁਦੇਸੀ ਲਹਿਰ ਜੋ ਸਤਿਗੁਰੂ ਰਾਮ ਸਿੰਘ ਜੀ ਨੇ ਚਲਾਈ ਸੀ, ਇਹ ਇੱਕ ਸ਼ਾਂਤੀਮਈ ਢੰਗ ਨਾਲ ਚੱਲਣ ਵਾਲਾ ਅੰਦੋਲਨ ਸੀ, ਜਿਸ ਵਿੱਚ ਉਹਨਾਂ ਨੂੰ ਹਥਿਆਰਾਂ ਨਾਲ ਨਹੀਂ ਸਗੋਂ ਉਹਨਾਂ ਦੀਆਂ ਚੀਜ਼ਾਂ ਦਾ ਵਿਰੋਧ ਕਰਕੇ ਉਹਨਾਂ ਨੂੰ ਹਰਾਉਣਾ ਸੀ। ਸਤਿਗੁਰੂ ਰਾਮ ਸਿੰਘ ਨੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ? ਤਾਂ ਸਤਿਗੁਰੂ ਰਾਮ ਸਿੰਘ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਔਰਤ ਦਾ ਸਨਮਾਨ ਕਰਨਾ, ਬਾਲ ਵਿਵਾਹ ਰੋਕੇ। ਉਹਨਾਂ ਨੇ ਔਰਤ ਦੀ ਦੁਰਦਸ਼ਾ ਨੂੰ ਸੁਧਾਰਿਆ। ਉਹਨੇ ਸਿੱਖਾਂ ਨੂੰ ਨਾਮ ਜਪਣ ਦੀ ਸਿੱਖਿਆ ਦਿੱਤੀ ਅਤੇ ਉਹਨਾਂ ਨੇ ਲੋਕਾਂ ਨੂੰ ਅੰਗਰੇਜ਼ਾਂ ਦਾ ਵਿਰੋਧ ਕਰਨ ਲਈ ਵੀ ਉਹਨਾਂ ਨੂੰ ਸਮਝਾਇਆ। ਆਜ਼ਾਦੀ ਦੀ ਪ੍ਰਾਪਤੀ ਵਿੱਚ ਸਤਿਗੁਰੂ ਰਾਮ ਸਿੰਘ ਨੇ ਇਸਤਰੀਆਂ ਲਈ ਕੀ ਕੀਤਾ? ਤਾਂ ਉਹਨਾਂ ਨੇ ਇਸਤਰੀਆਂ ਨੂੰ ਉਹਨਾਂ ਦੇ ਹੋ ਰਹੀ ਦੁਰਦਸ਼ਾ ਨੂੰ ਰੋਕੀ, ਇਸਤਰੀਆਂ ਨੂੰ ਅੰਗਰੇਜ਼ਾਂ ਦੇ ਸਕੂਲਾਂ ਵਿੱਚ ਕੰਮ ਕਰਨ ਤੋਂ ਰੋਕਿਆ, ਇਸਤਰੀਆਂ ਦੇ ਬਾਲ ਵਿਵਾਹ, ਉਹਨਾਂ ਦੇ ਜੋ ਵੀ ਬਚਪਨ ਵਿੱਚ ਵਿਆਹ ਹੋ ਜਾਂਦੇ ਸੀ ਉਹ ਰੋਕੇ ਅਤੇ ਵਿਧਵਾ ਵਿਆਹ ਦੀ ਖੁੱਲ੍ਹ ਦਿੱਤੀ। ਅੱਗੇ ਦੇਖੋ, ਹੇਠਾਂ ਹਰ ਪ੍ਰਸ਼ਨ ਦੇ 4-4 ਵਿਕਲਪ ਦਿੱਤੇ ਗਏ ਹਨ, ਸਹੀ ਉੱਤਰ ਚੁਣ ਕੇ ਲਿਖੋ। ਬੱਚੇ ਕਿਸ ਦਾ ਭਾਸ਼ਣ ਸੁਣਨ ਲਈ ਬੇਸਬਰੇ ਹੋ ਰਹੇ ਸਨ? ਤਾਂ ਭਾਸ਼ਣ ਕਿਸ ਦਾ ਆਉਣਾ ਸੀ? ਪ੍ਰਧਾਨ ਮੰਤਰੀ ਜੀ ਦਾ। ਆਜ਼ਾਦੀ ਦੀ ਪ੍ਰਾਪਤੀ ਮਗਰੋਂ ਦੇਸ਼ ਨੂੰ ਕਿੰਨੇ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ? ਤਾਂ ਦੇਸ਼ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਆਜ਼ਾਦੀ ਦੀ ਲੜਾਈ ਕਿੰਨੇ ਸਾਲ ਪਹਿਲਾਂ ਸ਼ੁਰੂ ਹੋਈ ਸੀ? ਤਾਂ ਆਜ਼ਾਦੀ ਮਿਲਣ ਤੋਂ ਸਾਡੀ ਲੜਾਈ ਤੋਂ ਪਹਿਲਾਂ ਹੀ 90 ਸਾਲ ਪਹਿਲਾਂ। ਉਦੋਂ ਪੰਜਾਬ ਵਿੱਚ ਕਿਸ ਦਾ ਰਾਜ ਸੀ? ਤਾਂ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਅੰਗਰੇਜ਼ਾਂ ਵਿਰੁੱਧ ਲੜਾਈ ਦੀ ਸ਼ੁਰੂਆਤ ਕਦੋਂ ਹੋਈ? ਸੰਨ 1840 ਵਿੱਚ, 1860 ਵਿੱਚ, 1857 ਵਿੱਚ, 1865 ਵਿੱਚ। ਤਾਂ ਅਸੀਂ ਪੜ੍ਹਿਆ 1857 ਵਿੱਚ। ਅੰਗਰੇਜ਼ੀ ਰਾਜ ਦੇ ਖਿਲਾਫ ਵਿਦਰੋਹ ਕਰਨ 'ਤੇ ਕਿਸ ਨੂੰ ਫਾਂਸੀ ਦੇ ਦਿੱਤੀ ਗਈ? ਤਾਂ ਫਾਂਸੀ ਦਿੱਤੀ ਗਈ ਸੀ ਮੰਗਲ ਪਾਂਡੇ ਨੂੰ। ਅੱਗੇ ਦੇਖੋ, ਦਿੱਲੀ ਦਾ ਆਖਰੀ ਮੁਗਲ ਬਾਦਸ਼ਾਹ ਕੌਣ ਸੀ? ਤਾਂ ਦਿੱਲੀ ਦਾ ਜੋ ਆਖਰੀ ਮੁਗਲ ਬਾਦਸ਼ਾਹ ਜੀ ਉਹ ਸੀ ਬਹਾਦਰ ਸ਼ਾਹ ਜ਼ਫਰ। ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ਾਂ ਖਿਲਾਫ ਸ਼ਾਂਤੀਮਈ ਅੰਦੋਲਨ ਦੀ ਸ਼ੁਰੂਆਤ ਕਿੱਥੋਂ ਕੀਤੀ? ਤਾਂ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਪੰਜਾਬ ਦੇ ਭੈਣੀ ਸਾਹਿਬ ਤੋਂ। ਅੱਗੇ ਦੇਖੋ, ਭਾਸ਼ਾ ਅਤੇ ਵਿਆਕਰਣ। ਇਸ ਵਿੱਚ ਆਕਰਮਕ ਅਤੇ ਸਕਰਮਕ ਕਿਰਿਆ ਅਤੇ ਕਾਲ ਦੇ ਭੇਦਾਂ ਬਾਰੇ ਦੱਸਿਆ ਗਿਆ ਹੈ। ਤੁਸੀਂ ਪਹਿਲਾਂ ਹੀ ਕਿਰਿਆ ਬਾਰੇ ਪੜ੍ਹ ਚੁੱਕੇ ਹੋ ਅਤੇ ਹੁਣ ਇਹਨਾਂ ਨੇ ਉਸ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਹਨ। ਦਿੱਤੇ ਗਏ ਉਦਾਹਰਣ ਅਨੁਸਾਰ ਵਾਕਾਂ ਦੇ ਸਾਹਮਣੇ ਕਿਰਿਆ ਦੀ ਕਿਸਮ ਲਿਖੋ। ਬੱਚਾ ਰੋਂਦਾ ਹੈ, ਤਾਂ ਇਹਨਾਂ ਨੂੰ ਉਹਨਾਂ ਨੇ ਲਿਖਿਆ ਹੈ ਆਕਰਮਕ ਕਿਰਿਆ। ਤਾਂ ਅੱਗੇ ਹੈ ਪਸ਼ੂ ਚਰਦੇ ਹਨ। ਹੁਣ ਅਸੀਂ ਇਸ ਦਾ ਕਰਨਾ ਹੈ, ਇਹ ਕੀ ਹੈ? ਤਾਂ ਬੱਚਾ ਰੋਂਦਾ ਹੈ, ਇਹ ਹੈ ਆਕਰਮਕ ਕਿਰਿਆ। ਇਸ ਵਿੱਚ ਕਰਤਾ ਹੋ ਗਿਆ ਬੱਚਾ, ਰੋਂਦਾ, ਰੋਣਾ ਕੀ ਹੋ ਗਿਆ? ਕਿਰਿਆ। ਤਾਂ ਇਸ ਵਿੱਚ ਕਰਮ ਨਹੀਂ ਹੈ, ਆਕਰਮਕ, ਜੋ ਅਕਰਮਕ, ਜੋ ਕਰਮ ਤੋਂ ਬਿਨਾ ਹੋਵੇ। ਤਾਂ ਇਸ ਵਿੱਚ ਬੱਚਾ ਰੋਂਦਾ ਹੈ, ਉਹਨਾਂ ਨੇ ਸਿਰਫ ਬੱਚਾ ਹੈ, ਕਰਤਾ ਹੈ ਅਤੇ ਉਹ ਰੋ ਰਿਹਾ ਹੈ, ਤਾਂ ਇਸ ਵਿੱਚ ਕਰਮ ਨਹੀਂ ਹੈ, ਤਾਂ ਇਹ ਹੋ ਗਈ ਆਕਰਮਕ ਕਿਰਿਆ। ਅੱਗੇ ਪਸ਼ੂ ਚਰਦੇ ਹਨ। ਪਸ਼ੂ ਕਰਤਾ ਹੋ ਗਿਆ, ਚਰਦੇ ਹਨ ਮਤਲਬ ਕੁਛ ਚਰ ਰਹੇ हैं, ਖਾ ਰਹੇ हैं। ਤਾਂ ਇਸ ਵਿੱਚ ਕੀ ਖਾ ਰਹੇ ਹੈ, ਕਰਮ ਇਸ ਵਿੱਚ ਨਹੀਂ ਹੈ, ਤਾਂ ਇਹ ਵੀ ਹੋ ਗਿਆ ਆਕਰਮਕ ਕਿਰਿਆ। ਅੱਗੇ ਹੈ ਬੱਚਾ ਪਤੰਗ ਉਡਾਉਂਦਾ ਹੈ। ਤਾਂ ਅਗਰ ਲਿਖਦੇ ਬੱਚਾ ਉਡਾਉਂਦਾ ਹੈ, ਤਾਂ ਬੱਚਾ ਉਡਾਉਂਦਾ ਹੈ ਤਾਂ ਹੋ ਗਿਆ ਆਕਰਮਕ, ਪਰ ਇਹਨਾਂ ਨੇ ਇਸ ਵਿੱਚ ਕਰਮ ਦੇ ਰੱਖਿਆ ਹੈ ਪਤੰਗ, ਕਿ ਬੱਚਾ ਪਤੰਗ ਉਡਾਉਂਦਾ ਹੈ, ਤਾਂ ਇਹ ਹੋ ਗਈ ਸਕਰਮਕ ਕਿਰਿਆ, ਸਕਰਮਕ ਕਿਰਿਆ। ਅੱਗੇ ਪਸ਼ੂ ਘਾਹ ਚਰਦੇ ਹਨ। ਇੱਥੇ ਅਸੀਂ ਪਸ਼ੂ ਚਰਦੇ ਹਨ, ਤਾਂ ਇਹ ਹੋ ਗਈ ਸੀ ਆਕਰਮਕ, ਅਤੇ ਪਸ਼ੂ ਘਾਹ ਚਰਦੇ ਹਨ, ਘਾਹ ਮਤਲਬ ਘਾਸ, ਤਾਂ ਇਹ ਘਾਸ ਕੀ ਹੋ ਗਿਆ? ਘਾਹ ਹੋ ਗਿਆ ਇਸ ਦਾ ਕਰਮ, ਤਾਂ ਇਹ ਹੋ ਗਿਆ ਸਕਰਮਕ ਕਿਰਿਆ। ਅੱਗੇ सुरजीत हॉकी खेल रहा है। अगर सिर्फ इतना होता कि सुरजीत खेल रहा है तो वो होती अकर्मक क्रिया, पर यहाँ पे हॉकी खेल रहा है उन्होंने बताया है, तो इसमें कर्म है, तो ये होगी सकर्मक क्रिया। स मतलब जो कर्म सहित होवे। ਅੱਗੇ ਦੇਖੋ, ਹੇਠ ਲਿਖੇ ਵਾਕਾਂ ਦਾ ਬ੍ਰੈਕਟ ਵਿੱਚ ਦੱਸੇ ਅਨੁਸਾਰ ਰੂਪ ਬਦਲੋ। ਤਾਂ ਇਹਨਾਂ ਨੇ ਕਵਿਤਾ ਗੀਤ ਗਾਉਂਦੀ ਹੈ, ਤਾਂ ਗੀਤ ਗਾਉਂਦੀ ਹੈ, ਇਸ ਨੂੰ ਅਸੀਂ ਭੂਤਕਾਲ ਵਿੱਚ बदलना है, मतलब हमें इसका भूतकाल कि जो बीत चुका हो उसमें बदलना है। कविता गीत गाਉਂਦੀ है, तो हम क्या बोलेंगे? कविता गीत गा रही सी ਜਾਂ कविता गीत गाਉਂਦੀ ਸੀ। ਇਸ ਤਰੀਕੇ ਨਾਲ ਅਸੀਂ ਇਸ ਨੂੰ ਭੂਤਕਾਲ ਵਿੱਚ ਬਦਲ ਸਕਦੇ ਹਾਂ। अध्यापिका पढ़ा रही सी, ਤਾਂ पढ़ा रही सी मतलब भूतकाल, तो हमें इसको
वर्तमान काल में मतलब जो वर्तमान में एट प्रेजेंट में हो रहा हो, तो उसमें बदलना है। अध्यापिका पढ़ा रही है, तो है लगा देंगे तो ये क्या हो जाएगा, सी को हटा के हम है लगा देंगे तो ये हो जाएगा वर्तमान काल। ਧੋਬੀ ਕੱਪੜੇ ਧੋ ਰਿਹਾ ਹੈ, ਰਿਹਾ ਹੋਵੇਗਾ, ਤਾਂ ਇਸ ਦਾ ਅਸੀਂ ਬਣਾਉਣਾ ਹੈ ਵਰਤਮਾਨ ਕਾਲ। ਤਾਂ ਵਰਤਮਾਨ ਦੇ ਵਿੱਚ ਅਸੀਂ ਵਰਤਮਾਨ ਵਿੱਚ ਜੋ ਕੰਮ ਹੋ ਰਿਹਾ ਹੋਵੇ, ਵਰਤਮਾਨ ਵਿੱਚ ਹੋ ਰਿਹਾ ਹੋਵੇ, ਤਾਂ ਧੋਬੀ ਕੱਪੜੇ ਧੋ ਰਿਹਾ ਹੈ, ਇਸ ਦੇ ਪਿੱਛੇ ਵੀ ਅਸੀਂ ਹੈ ਲਾ ਦੇਵਾਂਗੇ। ਅੱਗੇ ਹੈ ਚਪੜਾਸੀ ਨੇ ਘੰਟੀ ਵਜਾਈ, ਤਾਂ ਇਸ ਦਾ ਅਸੀਂ ਭਵਿੱਖਤ ਕਾਲ ਬਣਾਉਣਾ ਹੈ ਜੋ ਆने वाला समय हो, भविष्य काल में बदलना है। चपड़ासी ने घंटी बजाई, तो हुण असीं इसका भविष्यत काल बनावांगे जो आने वाला, भविष्य में कैसे बदलेंगे, चपड़ासी घंटी बजाएगा, मतलब हम बताएंगे कि वो भविष्य में वो काम करेगा। माता जी रोटी पकाउंदे हन मतलब पका रहे हैं, तब इसनूं असीं भूतकाल विच वरतना है जो बीत गया हो, तो माता जी रोटी पकाउंदे सन, ਜਾਂ ਮਾਤਾ ਜੀ ਰੋਟੀ ਪਕਾਉਂਦੇ ਸਨ ਜਾਂ ਪਕਾਉਂਦੇ ਸੀ, ਇਸ ਤਰੀਕੇ ਨਾਲ ਅਸੀਂ ਇਸ ਨੂੰ ਬਦਲ ਸਕਦੇ ਹਾਂ। ਅੱਗੇ ਹੈ ਦਰਜੀ ਕੱਪੜੇ ਸਿਉਂਦਾ ਹੈ, ਸਿਉਂਦਾ मतलब सिलता है, ਇਸ ਨੂੰ ਅਸੀਂ ਭਵਿੱਖਤ ਕਾਲ ਬਣਾਉਣਾ है, मतलब भविष्य काल में बदलना है। ਤਾਂ दर्जी कपड़े सिएगा मतलब वो काम करेगा। इस तरीके से इन सबको आपको लिखना है। ਅੱਗੇ देखो ਹੇਠਲੇ ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ करके अर्थ स्पष्ट करो। तो हथ बटाना मतलब किसी काम में मदद करनी, तो इसका हम क्या लिखेंगे कि उसने मैं मेरी मम्मी दे काम विच हथ वटाउंदी हाँ, जां अपने माँ प्यो दा काम विच हथ वटाउना चाहिदा है। ढेरी ढाउना मतलब हौसला छोड़ देना, मतलब हौसला ना हो किसी बात के लिए, हमारा जो हौसला होता है उसे हार जाना। कि इस तरह ਅਸੀਂ ਬਣਾਵਾਂਗੇ कि वो ढेरी ढा के बह गया, या ढेरी ढा के काम नहीं चलना, फिर तो मेहनत करो। हथ ते हथ धर के बैठना मतलब कोई काम नहीं करना, हथ ते हथ धर के काम नहीं चलना, पास होने लई पढ़ना पैंदा है। इस तरीके नाल असीं इस दे मुहावरियां दे वाक बनाने हैं। पर वाक हम इसके जब ऐसा होता है कि इसके बच्चे सोच देते हैं कि इसके अर्थ तो पूछे नहीं है, सिर्फ वाक्य ही तो बनाने हैं, पर वाक्य तभी बनेंगे जब आपको इनका अर्थ पता होगा। तो पहले आपको उसको इस चैप्टर को अच्छे से पढ़ना है जिसमें इसमें सबके उन्होंने अर्थ बताए हुए हैं, फिर इसके मुहावरे बनाने हैं। मैंने इसको लिख के भी आपके साथ शेयर करूँगी, पर आपको इस चैप्टर को पढ़ना है और ख़ुद से क्वेश्चन करने की कोशिश करनी है। धन्यवाद।